ਦੇਖੋ, ਜੋ ਗੁਰੂ ਸਾਹਿਬ ਜੀ ਦੇ ਪਾਵਨ ਪਾਤਸ਼ਾਹੀ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਸੇਵਾ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਲੰਬੇ ਸਮੇਂ ਤੋਂ ਲੈ ਕੇ ਮੈਂ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹਾਂ। ਜੋ ਫੈਸਲਾ ਹੋਇਆ, ਮੈਂ ਤਾਂ ਕੀ ਦੇਖਣਾ, ਤਾਂ ਖੁਦ ਗੁਰੂ ਸਾਹਿਬ ਵੀ ਇਸ ਚੀਜ਼ ਨੂੰ ਦੇਖ ਰਹੇ ਨੇ। ਅਕਾਲ ਪੁਰਖ ਦੀ ਇੱਕ ਅਗੰਮੀ ਕਲਾ ਵੀ ਹੁੰਦੀ ਹੈ, ਉਹਦੀ ਬਹੁਤ ਵੱਡੀ ਇੱਕ ਮਹਾਨ ਸ਼ਕਤੀ ਵੀ ਹੁੰਦੀ ਹੈ, ਔਰ ਸਮੁੱਚਾ ਪੰਥ ਵੀ ਦੇਖ ਰਿਹਾ, ਸਮੁੱਚੀ ਇਨਸਾਨੀਅਤ ਵੀ ਇਸ ਚੀਜ਼ ਨੂੰ ਦੇਖ ਰਹੀ ਹੈ ਵੀ ਇਹਦੇ ਵਿੱਚ ਨਾ ਕਿਸੇ ਕਿਸਮ ਦੀ ਕੋਈ ਪੜਤਾਲ ਕੀਤੀ ਗਈ ਹੈ। ਕਿਉਂਕਿ ਮੇਰੇ ਕੰਨਿਓ ਤੁਸੀਂ ਇੱਕ ਗੱਲ ਨੋਟ ਕਰੋ, ਕਿਸੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਐਲੀਗੇਸ਼ਨ ਨਹੀਂ ਲਾਇਆ ਗਿਆ। ਉਹ ਜੋ ਕੁਝ ਮੈਂ ਚੈਨਲਾਂ 'ਤੇ ਕਿਹਾ ਸੀ, ਉਹ ਸਮੁੱਚੇ ਪੰਥ ਅੱਗੇ ਮੈਂ ਆਪਣਾ ਇੱਕ ਸਪਸ਼ਟੀਕਰਨ ਦਿੱਤਾ ਸੀ। ਕਿਉਂਕਿ ਤੁਹਾਨੂੰ ਪਤਾ ਹੈ ਕਿ 1.5 ਸਾਲ ਤੋਂ ਲੈ ਕੇ ਮੇਰੇ ਪ੍ਰਤੀ ਸਮੁੱਚੇ ਪੰਥ ਵਿੱਚ ਇਹ ਗੱਲ ਉਡਾਈ ਜਾ ਰਹੀ ਸੀ ਕਿ ਅਕਸ਼ੇ ਕੁਮਾਰ ਦੀ ਕੋਠੀ ਵਿੱਚੋਂ ਨਖੱਟੂ ਸਰਸੇ ਵਾਲੇ ਦੀ ਚਿੱਠੀ ਇਹ ਜਹਾਜ਼ 'ਤੇ ਜਾ ਕੇ ਲੈ ਕੇ ਆਏ। ਜੇ 1.5 ਸਾਲ ਤੱਕ ਸੁਖਬੀਰ ਸਿੰਘ ਜੀ ਬਾਦਲ ਨੂੰ, ਡਾਕਟਰ ਦਲਜੀਤ ਸਿੰਘ ਜੀ ਚੀਮਾ ਨੂੰ, ਗਿਆਨੀ ਗੁਰਬਚਨ ਸਿੰਘ ਜੀ ਹੋਣਾ ਨੂੰ ਮੈਂ ਕਹਿੰਦਾ ਰਿਹਾ ਕਿ ਤੁਸੀਂ ਪੰਥ ਅੱਗੇ ਦੱਸ ਦਿਓ ਚਿੱਠੀ ਲੈ ਕੇ ਕੌਣ ਆਇਆ ਹੈ, ਅਤੇ ਮੇਰੇ ਗਲੋਂ ਇਹ ਗਲਾਵਾਂ ਤੁਸੀਂ ਲਾਓ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਰਿਹਾ ਕਿ ਤੁਸੀਂ ਜਥੇਦਾਰ ਵੀ ਕਿਸੇ ਨੂੰ ਲਾਓ ਕਿ ਮੈਂ ਇਹੋ ਜਿਹੇ ਕੰਮਾਂ 'ਚ ਪੈਣ ਦੇ ਸਮਰੱਥ ਨਹੀਂ ਹਾਂ। ਤਾਂ ਉਹ ਕਹਿੰਦੇ, ਸਿੰਘ ਸਾਹਿਬ ਤੁਹਾਡਾ ਗੁਨਾਹ ਕੋਈ ਨਹੀਂ ਹੈ, ਤੁਹਾਡਾ ਕੋਈ ਕਸੂਰ ਨਹੀਂ ਹੈ, ਸਾਨੂੰ ਪਤਾ ਹੈ, ਪਰ ਤੁਸੀਂ ਥੋੜ੍ਹਾ ਠਹਿਰੋ, ਅਸੀਂ ਸਾਰਾ ਸਪਸ਼ਟ ਕਰ ਦਿਆਂਗੇ। ਪਰ 1.5 ਸਾਲ ਦਾ ਸਮਾਂ ਬੀਤ ਗਿਆ। 1.5 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਆ ਜਿਹੜੀ 2017 4 ਅਪ੍ਰੈਲ ਨੂੰ ਮੀਟਿੰਗ ਹੋਈ ਆ ਬੰਦ ਕਮਰਾ ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਮੀਟਿੰਗ ਦੇ ਵਿੱਚ ਮੈਂ ਬੜੇ ਅਦਬ ਸਤਿਕਾਰ ਵਿੱਚ ਸਿੰਘ ਸਾਹਿਬਾਨਾਂ ਨੂੰ, ਜ਼ਿੰਮੇਵਾਰ ਸੱਜਣਾਂ ਨੂੰ ਬੇਨਤੀ ਕਰ ਦਿੱਤੀ ਸੀ ਵੀ 4 ਅਪ੍ਰੈਲ ਤੱਕ ਜਿੰਨੇ ਸਾਈਨ ਤੁਸੀਂ ਕਰਾ ਲਏ ਨੇ ਉਹ ਮੈਂ ਕੀਤੇ ਆ। ਪਰੰਤੂ ਇਸ ਤੋਂ ਵੱਧ ਹੁਣ ਮੈਂ ਦਬਾਅ ਝੱਲਣ ਦੇ ਮੇਰੀ ਮਾਨਸਿਕਤਾ, ਮੇਰੀ ਜ਼ਮੀਰ ਜਿਹੜੀ ਆ ਉਹ ਸਮਰੱਥ ਨਹੀਂ ਰਹੀ। ਅੱਜ ਤੋਂ ਬਾਅਦ ਜੇਕਰ ਤੁਸੀਂ ਮੇਰੇ ਨਾਲ ਇਕੱਤਰਤਾ ਕਰਨੀ ਹੈ, ਜਿਹੜੀ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਪੰਥ ਵਿੱਚ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ, ਉੱਥੇ ਬੈਠ ਕੇ ਆਪਾਂ ਇਕੱਤਰਤਾ ਕਰਾਂਗੇ। ਗੱਲ ਤਾਂ ਸਿਰਫ ਇੰਨੀ ਸੀ। ਅਗਰ ਜਿਹੜੀ ਗੱਲ ਤੁਸੀਂ ਅੱਗੇ ਫੈਸਲੇ ਦੀ ਕੀਤੀ ਹੈ ਕਿ ਕਿੱਦਾਂ ਦੇਖਦੇ ਹੋ, ਇਹ ਹੁਣ ਸਮੁੱਚਾ ਪੰਥ ਵੀ ਦੇਖ ਰਿਹਾ, ਗੁਰੂ ਸਾਹਿਬ ਵੀ ਦੇਖ ਰਿਹਾ। ਕਿਸੇ ਇਨਸਾਨ ਨਾਲ ਧੱਕਾ ਹੁੰਦਾ ਹੋਵੇ ਤੇ ਅਕਾਲ ਪੁਰਖ ਤੱਕ ਉਹਦੀ ਉਹ ਗੱਲ ਪਹੁੰਚਦੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਜੇਕਰ ਇਹਨਾਂ ਨੂੰ ਲੱਗਦਾ ਸੀ ਕਿ ਮੈਂ ਕਿਸੇ ਕਿਸਮ ਦੀ ਕੋਈ ਇਲਜ਼ਾਮਬਾਜ਼ੀ ਕੀਤੀ ਹੈ, ਇਹ ਮੇਰੇ ਵਾਸਤੇ ਪੜਤਾਲ ਵੀ ਤਾਂ ਕਰਵਾ ਹੀ ਸਕਦੇ ਸੀ। ਕਿਸੇ ਮੈਨੇਜਰ 'ਤੇ ਸ਼ਿਕਾਇਤ ਹੁੰਦੀ ਆ, ਕਿਸੇ ਸਕੱਤਰ 'ਤੇ ਹੁੰਦੀ ਆ, ਜਾਂ ਕਿਸੇ ਸੇਵਾਦਾਰ 'ਤੇ, ਉਹਦੇ ਵਾਸਤੇ ਵੀ ਇੱਕ ਸਬ ਕਮੇਟੀ ਦਾ ਗਠਨ ਸ਼੍ਰੋਮਣੀ ਕਮੇਟੀ ਵਿੱਚ ਕੀਤਾ ਜਾਂਦਾ, ਉਹਦੀ ਪੜਤਾਲ ਕਰਨ ਵਾਸਤੇ। ਮੈਂ ਤਾਂ ਫਿਰ ਗੁਰੂ ਸਾਹਿਬ ਜੀ ਦੇ ਪਾਵਨ ਤਖ਼ਤਾਂ ਦਾ ਇੱਕ ਸੇਵਾਦਾਰ ਹਾਂ। ਮੇਰੇ ਵਾਸਤੇ ਪੜਤਾਲ ਕਿਉਂ ਨਹੀਂ ਸੀ ਬਿਠਾ ਸਕਦੇ? ਜੇ ਝੂਠਾ ਸਾਬਤ ਹੁੰਦਾ ਤਾਂ ਮੈਂ ਆਪਣੇ ਆਪ ਹੀ ਸਾਰੇ ਉਹਦੇ ਛੱਡ ਦੇਣੇ ਸੀ। ਜੇ ਉਹ ਝੂਠੇ ਸਾਬਤ ਹੋਣ ਜਿਨ੍ਹਾਂ ਦਾ ਮੈਂ ਉਹ ਆਪਣੇ ਸਪਸ਼ਟੀਕਰਨ ਵਿੱਚ ਨਾਉਂ ਦੱਸੇ ਹੈ, ਅਤੇ ਉਹ ਆਪਦੇ ਬਾਰੇ ਆਪ ਸੋਚ ਲੈਣ। ਗੱਲ ਤਾਂ ਇੰਨੀ ਗੱਲ। ਜੀ ਜੀ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਕਿਸੇ ਐਸੀ ਮਰਿਆਦਾ ਦੀ ਉਲੰਘਣਾ ਕੀਤੀ ਹੋਵੇ ਜਿਹਦੀ ਕਿ ਸਜ਼ਾ ਵਜੋਂ ਆਪ ਜੀ ਨੂੰ ਤਲਵੰਡੀ ਸਾਬੋ ਦੇ ਜਥੇਦਾਰ ਦੀ ਬਜਾਏ ਧੰਨ ਸਾਹਿਬ ਜੀ ਦਾ ਹੈਡ ਕਰ ਦਿੱਤਾ? ਨਰਿੰਦਰਪਾਲ ਜੀ, ਗੱਲ ਇਹ ਹੈ, ਖਾਲਸਾ ਪੰਥ ਵਿੱਚ ਇੱਕ ਮਾਣ ਅਤੇ ਮਰਿਆਦਾ ਬਣੀ ਹੋਈ ਹੈ। ਅਗਰ ਕਿਸੇ ਪੱਖ ਤੋਂ ਕਿਸੇ ਸਿੱਖ ਨੂੰ ਦੇਖਿਆ ਜਾਏ ਕਿ ਉਹਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ, ਅਤੇ ਉਸ ਮਰਿਆਦਾ ਦੀ ਉਲੰਘਣਾ ਦੇ ਵਿੱਚ ਸੁਧਾਈ ਕਰਨ ਵਾਸਤੇ, ਸੋਧ ਕਰਨ ਵਾਸਤੇ ਇੱਥੇ ਮਰਿਆਦਾ ਕੁਝ ਹੋਰ ਹੈ। ਇਹ ਨਹੀਂ ਗਾ ਕਿ ਉਹਨੂੰ ਨੌਕਰੀ ਤੋਂ, ਜਿਹੜੀ ਉਹਦੀ ਸਰਵਿਸ ਚੱਲ ਰਹੀ ਹੈ, ਉਹਦੇ ਉੱਪਰ ਉਹਨੂੰ ਕੀ ਕਹਿੰਦੇ ਹੁੰਦੇ ਹਨ ਕਿ ਜਿਸ ਤਰ੍ਹਾਂ ਡੀਗਰੇਡ ਕਰਨਾ, ਕਿ ਇਸ ਤਰ੍ਹਾਂ ਵੀ ਐ ਨਹੀਂ ਕੀਤਾ ਜਾਂਦਾ। ਫਿਰ ਮਰਿਆਦਾ ਦੀ ਉਲੰਘਣਾ ਕਿਹੜੀ ਹੋਈ? ਮੈਨੂੰ ਅਜੇ ਤੱਕ ਇਹਨਾਂ ਦੱਸਿਆ ਤੱਕ ਨਹੀਂ। ਤੁਸੀਂ ਇੱਕ ਗੱਲ ਦੇਖੋ ਕਿ ਜੇ ਕਿਤੇ ਸਰਵਿਸ ਦੇ ਦਰਮਿਆਨ ਕਿਸੇ ਤੋਂ ਕਿਸੇ ਨਿਯਮ ਵਿੱਚ ਉਲੰਘਣਾ ਹੁੰਦੀ ਆ, ਆਪ ਜੀ ਨੂੰ ਪਤਾ ਹੈ, ਉਹਦੇ ਵਾਸਤੇ ਵੀ ਇੱਕ ਸਬ ਕਮੇਟੀ ਦਾ ਗਠਨ ਕਰਦੇ ਆ ਸ਼੍ਰੋਮਣੀ ਕਮੇਟੀ ਵਿੱਚ, ਉਹਦੀ ਪੜਤਾਲ ਕਰਨ ਵਾਸਤੇ। ਗੁਰੂ ਸਾਹਿਬ ਜੀ ਦੇ ਪਾਵਨ ਤਖ਼ਤਾਂ ਦਾ ਮੈਂ ਸੇਵਾਦਾਰ, ਜੇ ਮਰਿਆਦਾ ਦੀ ਉਲੰਘਣਾ ਹੋਈ ਹੈ ਅਤੇ ਉਹਦੇ ਵਿੱਚ ਇੱਕ ਕਮੇਟੀ ਦਾ ਗਠਨ ਕਰਕੇ ਖਾਲਸਾ ਪੰਥ ਅੱਗੇ ਉਹ ਸਗੋਂ ਨਸ਼ਰ ਕਰਨੀ ਚਾਹੀਦੀ ਸੀ ਵੀ ਸਿੰਘ ਸਾਹਿਬ ਜੀ ਨੇ ਮਰਿਆਦਾ ਦਾ ਉਲੰਘਣ ਕੀਤਾ ਹੈ। ਜਦੋਂ 24 ਸਤੰਬਰ ਨੂੰ ਇੱਕ ਫੈਸਲਾ ਹੋਇਆ ਡੇਰੇ ਦੇ ਹੱਕ, ਜੀ, ਡੇਰੇ ਦਾ ਮੁਆਫੀਨਾਮਾ ਜਿਹੜਾ ਆ ਉਹ ਪ੍ਰਵਾਨ ਕੀਤਾ ਗਿਆ,
ਜੀ ਆਪ ਜੀ ਨੇ ਉਦੋਂ ਵਚਨ ਕੀਤਾ ਸੀ ਕਿ ਉਹ ਮਾਫੀਨਾਮਾ ਨਹੀਂ ਸੀ, ਪੱਤਰਕਾਰ ਸੀ ਜਿਹਨੂੰ ਅਸੀਂ ਪੱਤਰਕਾਰ ਲਿਖਿਆ ਸੀ, ਲੇਕਿਨ ਮੀਡੀਆ ਨੇ ਉਹਨੂੰ ਮਾਫੀਨਾਮਾ ਦਿੱਤਾ। ਜੀ ਲੇਕਿਨ ਅਸਲੀਅਤ ਹੈ ਕਿ ਉਹ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬ ਦੇ ਦਸਤਖਤ ਤੇ ਪੱਤਰ ਜਾਰੀ ਹੋਇਆ, ਪ੍ਰੈਸ ਦੇ ਨਾਂ 'ਤੇ ਆਦੇਸ਼ ਜਾਰੀ ਹੋਇਆ, ਉਹਦੇ ਵਿੱਚ ਉਹ ਸ਼ਬਦ ਮਾਫੀਨਾਮਾ ਵਰਤਿਆ। ਅਕਤੂਬਰ ਨੂੰ ਐਸੀ ਕਿਹੜੀ ਮਰਿਆਦਾ ਸੀ ਜਾਂ ਕੋਈ ਐਸਾ ਕਿਹੜਾ ਹੋ ਗਿਆ ਸੀਗਾ, ਪ੍ਰਕਰਨ ਸਾਹਮਣੇ ਆ ਗਿਆ ਸੀ ਕਿ ਅਸੀਂ ਉਹਨੂੰ ਇੱਕ ਵਾਰ 16 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਵਾਪਸ ਲੈ ਲਿਆ। ਉਹ ਐਸੇ ਕਿਹੜੇ ਹਾਲਾਤ ਸਨ, ਕਿਸ ਚੀਜ਼ 'ਤੇ ਵਿਚਾਰ ਹੋਈ ਸੀ? ਜਿਸ ਤਰ੍ਹਾਂ ਮੈਂ ਆਪ ਜੀ ਨੂੰ ਪਹਿਲਾਂ ਵੀ ਸਮੁੱਚੇ ਖਾਲਸਾ ਪੰਥ ਨੂੰ ਇੱਕ ਲੰਬੀ ਇੰਟਰਵਿਊ ਦੇ ਰਾਹੀਂ ਸਾਰਾ ਸਪਸ਼ਟੀਕਰਨ ਦੇ ਚੁੱਕਾ ਹੈ। ਜਿਸ ਫੈਸਲੇ ਨਾਲ ਸਮੁੱਚੇ ਪੰਥ ਦੀ ਮਾਨਸਿਕਤਾ ਹਿੱਲ ਗਈ ਹੋਈ, ਸਮੁੱਚੇ ਖਾਲਸਾ ਪੰਥ ਦੀ ਉਸ ਵਕਤ ਮਾਨਸਿਕਤਾ ਵਿੱਚ ਇਹੋ ਜਿਹੇ ਖਿਆਲਾਤ ਪੈਦਾ ਹੋ ਗਏ ਹੋਣ ਕਿ ਫੈਸਲਾ ਗਲਤ ਹੈ, ਉਸ ਵਕਤ ਵੀ ਗੁਰੂ ਸਾਹਿਬ ਜੀ ਨੂੰ ਧਿਆਨ ਵਿੱਚ ਰੱਖ ਕੇ ਇਹ ਸਭ ਤੋਂ ਪਹਿਲਾ ਜਿਹੜਾ ਸਟੈਪ, ਜਿਹੜਾ ਕਦਮ ਸੀ, ਉਹ ਮੈਂ ਖੁਦ ਨਾਲ ਸਿੰਘ ਸਾਹਿਬਾਨਾਂ ਦੇ ਰਲ ਕੇ ਅਸੀਂ ਇਕੱਠਿਆਂ ਨੇ ਚੱਕਿਆ ਸੀ ਵੀ ਇਹਨੂੰ ਰੱਦ ਕਰ ਦੇਣਾ ਚਾਹੀਦਾ। ਉਹ ਰੱਦ ਕਰ ਦਿੱਤਾ ਗਿਆ। ਉਸ ਵੇਲੇ ਕੋਈ ਰਾਜਸੀ ਦਬਾਅ ਸਾਹਮਣੇ ਆਇਆ, ਕੋਈ ਦਲਜੀਤ ਸਿੰਘ ਚੀਮਾ, ਕੋਈ ਹਰਚੰਦ ਬੈਂਸ ਜਾਂ ਕੋਈ ਦਰਬਾਰਾ ਸਿੰਘ ਗੁਰੂ, ਜਿਹੜੇ ਨਾਮ ਖੁੱਲ੍ਹ ਕੇ ਸਾਹਮਣੇ ਆਉਂਦੇ ਨੇ, ਕੋਈ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਦਾ ਕੋਈ ਐਸਾ ਆਪ ਜੀ ਨੂੰ ਸੰਕੇਤ ਮਿਲਿਆ ਹੋਵੇ ਕਿ ਤੁਸੀਂ ਗਲਤ ਕਰ ਰਹੇ ਹੋ ਜਾਂ ਸਹੀ ਕਰ ਰਹੇ ਹੋ? ਮੇਰੇ ਪਾਸ ਉਸ ਦਿਨ ਦਾ ਕੋਈ ਸੰਕੇਤ ਨਹੀਂ ਸੀ। ਮੈਂ ਜਿਹੜੀ ਗੱਲ ਕਹੂੰਗਾ, ਕਿਉਂਕਿ ਜੇ ਕੱਲ੍ਹ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਬਚਨ ਖੜ੍ਹ ਕੇ ਕਰਨਾ ਪਏ ਤਾਂ ਮੈਂ ਸੱਚੋ ਹੀ ਸੱਚ ਬਚਨ ਕਰਨ ਦੇ ਗੁਰੂ ਦੀ ਕਿਰਪਾ ਨਾਲ ਸਮਰੱਥ ਹੋਵਾਂ। ਜਿਹੜੀ 16 ਸਤੰਬਰ ਦੀ ਰਾਤ ਨੂੰ ਪ੍ਰਕਾਸ਼ ਸਿੰਘ ਜੀ ਬਾਦਲ, ਸੁਖਬੀਰ ਸਿੰਘ ਜੀ ਬਾਦਲ ਦੀ ਕੋਠੀ ਵਿੱਚ ਚਿੱਠੀ ਪੜ੍ਹਾਈ ਗਈ ਸਰਸੇ ਵਾਲੇ ਨਖੱਟੂ ਦੀ, ਉਹ ਮੈਂ ਆਪ ਜੀ ਨੂੰ ਪਹਿਲਾਂ ਸਾਰਾ ਕੁਝ ਦੱਸ ਚੁੱਕਾ ਹੈ। ਉਹ ਹਿੰਦੀ ਵਿੱਚ ਸੀ, ਜਿਹੜੀ ਇੱਥੇ ਆਈ ਉਹ ਪੰਜਾਬੀ ਵਿੱਚ ਸੀ। ਉਦੋਂ ਤੱਕ ਉਹ ਪੂਰੇ ਦਬਾਅ ਚੱਲ ਰਹੇ ਸਨ, ਪਰੰਤੂ ਜਦੋਂ ਉਹ ਰੱਦ ਕੀਤਾ ਗਿਆ, ਉਸ ਦਿਨ ਦਾ ਕਿਹਦੇ ਨਾਲ ਕਿਹਦਾ ਕੋਈ ਸੰਪਰਕ ਹੈ, ਮੇਰੇ ਨਾਲ ਨਹੀਂ ਸੀ। ਦੇਖੋ, ਮੈਂ ਗੁਰੂ ਦੀ ਹਜ਼ੂਰੀ 'ਚ ਕੱਲ੍ਹ ਨੂੰ ਗੱਲ ਕਰਨੀ ਪਈ, ਪੰਥ ਨੇ ਕਰਾਉਣੀਆਂ ਨੇ, ਮੈਂ ਐਵੇਂ ਕਹਿ ਦਿਆਂ ਵੀ ਉਹ ਸਾਡੇ ਨਾਲ ਜੁੜੇ ਹੋਏ ਸੀ ਨਾ, ਮੈਨੂੰ ਉਸ ਦਿਨ ਦਾ ਪਤਾ ਨਹੀਂ। ਜਦੋਂ ਦਾ ਆਪ ਜੀ ਨੇ ਖਾਲਸਾ ਪੰਥ ਦੀ ਕਚਹਿਰੀ ਦੇ ਵਿੱਚ ਇੱਕ ਚਾਰ ਪੰਨਿਆਂ ਦਾ ਇੱਕ ਜੀ ਰੱਖੀ ਮੰਗ ਰੱਖੀ ਹੈ ਕਿ ਜੋ ਕੁਛ ਵੀ ਵਾਪਰਿਆ ਡੇਰਾ ਸਰਸੇ ਦੇ ਨਾਲ 10 ਸਾਲ ਦਾ ਜਿਹੜਾ ਸੰਦਰਭ ਹੈ, ਉਹਦੇ ਵਿੱਚ ਕੀਤਾ ਜਾਵੇ ਉਹਨੂੰ ਜੀ, ਉਸ 10 ਸਾਲਾਂ ਜੋ ਕੁਛ ਹੋਇਆ ਜੀ, ਉਹਦੀ ਇੱਕ ਮਰਿਆਦਾ ਕਮੇਟੀ ਬਣੀ ਜਾਵੇ। ਉਸ ਤੋਂ ਬਾਅਦ ਕਦੇ ਸ਼੍ਰੋਮਣੀ ਕਮੇਟੀ ਨੇ, ਕਿਤੇ ਸਿੰਘ ਸਾਹਿਬਾਨ ਨੇ ਜਾਂ ਕਿਸੇ ਹੋਰ ਨੇ ਆਪਣਾ ਸਬਕ ਕੀਤਾ ਕਿ ਸਿੰਘ ਸਾਹਿਬ ਤੁਸੀਂ ਗਲਤ ਕਰ ਰਹੇ ਹੋ? ਨਹੀਂ, ਮੇਰੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ। ਇਹ ਜਿਹੜਾ 4 ਪੰਨਿਆਂ ਦਾ ਜੋ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਲੈਟਰ ਪੈਡ 'ਤੇ ਮੈਂ ਲਿਖਤੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਔਰ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਭੇਟਾ ਕੀਤਾ, ਔਰ ਸਿੰਘ ਸਾਹਿਬਾਨਾਂ ਦੇ ਪਾਸ ਵੀ ਹੈ, ਪ੍ਰਬੰਧਕਾਂ ਦੇ ਪਾਸ ਵੀ ਹੈ। ਔਰ ਇਹ ਚਾਹੀਦਾ ਇਹ ਸੀਗਾ ਵੀ ਉਸ ਦੇ ਆਧਾਰ 'ਤੇ ਮਰਿਆਦਾ ਕਮੇਟੀ ਦਾ ਸਗੋਂ ਗਠਨ ਹੋ ਜਾਂਦਾ। ਜਿੱਥੇ ਮੈਨੂੰ ਤੁਹਾਨੂੰ ਲੱਗਦਾ ਹੋਏ, ਮੈਂ ਤਾਂ ਆਪ ਜੀ ਨੂੰ ਕਹਿ ਰਿਹਾ, ਤੁਸੀਂ ਸਗੋਂ ਵਿੱਚ ਆ ਜਾਓ, ਪੱਤਰਕਾਰ ਭਾਈਚਾਰਾ ਵੀ ਭਾਵੇਂ ਵਿੱਚ ਆ ਜਾਵੇ। ਇੰਨੀ ਵਿਸ਼ਾਲਤਾ ਵਿੱਚ ਇਹ ਸਗੋਂ ਪੜਤਾਲ ਹੋਣੀ ਚਾਹੀਦੀ ਹੈ ਵੀ ਇਸ ਗੰਗਲ 'ਚੋਂ ਆਪਾਂ ਰਲ ਮਿਲ ਕੇ ਨਾਲੇ ਆਪ ਨਾਲੇ ਸਮੁੱਚੀ ਕੌਮ ਨੂੰ ਕੱਢ ਸਕੀਏ। 10 ਸਾਲਾਂ ਤੱਕ ਸਰਸੇ ਵਾਲੇ ਦਾ ਹੀ ਇੱਕੋ ਗੱਲ 'ਤੇ ਜਾਪ ਹੋਈ ਜਾਣਾ। ਪੰਥਕ ਮੁੱਦੇ ਬਹੁਤ ਜ਼ਿਆਦਾ ਨੇ, ਉਹ ਸਾਰੇ ਬੰਦ ਪਏ ਹੋਏ ਨੇ, ਕੌਮ ਅੱਗੇ ਨਹੀਂ ਵਧ ਰਹੀ, ਉਸੇ ਗੰਗਲ ਦੇ ਵਿੱਚ ਘੁੰਮਣ ਘੇਰੀ ਵਿੱਚ ਪਈ ਹੋਈ ਹੈ। ਮੈਂ ਚਾਹੁੰਦਾ ਹੈ ਕਿ ਉਹ ਸਗੋਂ ਪੜਤਾਲੀਆ ਕਮੇਟੀ ਬਣੇ। ਉਹਦੇ ਵਿੱਚ ਜੇ ਮੈਨੂੰ ਵੀ ਝੂਠਾ ਸਾਬਤ ਕਰਦੇ ਹੋ ਤਾਂ ਪੰਥ ਅੱਗੇ ਉਹ ਅਕਾਲ ਤਖਤ ਸਾਹਿਬ 'ਤੇ ਖੜ੍ਹ ਕੇ ਮੈਨੂੰ ਉਹ ਕਰਨਾ ਪਏਗਾ ਕਿ ਵਾਕਿਆ ਹੀ ਤੁਸੀਂ ਝੂਠੇ ਹੋ। ਜੇ ਉਹ ਉਹਨਾਂ 'ਚ ਕੋਈ ਕਿਸੇ ਪ੍ਰਕਾਰ ਦਾ ਲੱਗਦਾ ਤਾਂ ਉਹਨਾਂ ਨੂੰ ਪ੍ਰਵਾਨ ਕਰਨਾ ਪਏਗਾ ਉਹ ਝੂਠੇ ਹਨ। ਸੰਗਤ ਦੇ ਹੁਣ ਮੈਂ ਤਾਂ ਸਦਾ ਹੀ, ਦੇਖੋ, ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ 'ਤੇ ਸੰਗਤ ਦੇ ਸਨਮੁਖ ਸਦਾ ਹੀ ਹਾਂ, ਪਰ ਸੰਗਤ ਤੱਕ ਇਹ ਆਵਾਜ਼ ਜਿਹੜੀ ਆ ਇਹ ਪਹੁੰਚ ਚੁੱਕੀ ਆ। ਖਾਲਸਾ ਪੰਥ ਵਿੱਚ, ਸੰਸਾਰ ਭਰ ਵਿੱਚ ਇਹ ਸਾਰੀ ਗੱਲ ਇਸ ਵਕਤ ਚੱਲ ਰਹੀ ਹੈ। ਇਹ ਗੱਲ ਜਿੱਥੋਂ ਤੱਕ ਸਮਝੀ ਬੈਠੇ ਕਿ ਰੁਕ ਗਈ ਹੈ, ਰੁਕਣੀ ਨਹੀਂ ਹੈ। ਇੱਥੋਂ ਤੱਕ ਇਹ ਰੁਕਣੀ ਨਹੀਂ ਹੈ। ਇਹ ਪੰਥਕ ਲੈਵਲ 'ਤੇ ਪਰੰਪਰਾਵਾਂ ਦੇ ਆਧਾਰ 'ਤੇ ਬਹੁਤ ਵੱਡਾ ਇੱਕ ਮੁੱਦਾ ਬਣ ਚੁੱਕਾ ਹੈ। ਸਮੁੱਚਾ ਪੰਥ ਇਸ ਵਕਤ ਉਹਨੂੰ ਦੇਖ ਰਿਹਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਤੁਸੀਂ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ, ਪ੍ਰਧਾਨ ਸ਼੍ਰੋਮਣੀ ਕਮੇਟੀ, ਉਹਨਾਂ ਨੂੰ ਇੱਕ ਵਾਰ, ਉਹ ਸਾਡੇ ਬਜ਼ੁਰਗਾਂ ਵਰਗੇ ਆ, ਉਹਨਾਂ ਨੇ ਇੱਕ ਵਾਰ ਤੁਸੀਂ ਪੁੱਛ ਕੇ ਦੇਖਿਓ, ਆਖਿਓ ਵੀ ਗੁਰੂ ਸਾਹਿਬ ਜੀ ਦਾ ਧਿਆਨ ਧਰ ਕੇ ਕਹਿ ਦੇਣ, ਦੋਨਾਂ ਤਖਤਾਂ ਦਾ ਧਿਆਨ ਧਰ ਕੇ ਕਹਿ ਦੇਣ ਆਪਣੀ ਆਤਮਾ ਦੀ ਆਵਾਜ਼ 'ਤੇ ਕਿ ਇਹ ਫੈਸਲਾ ਸਹੀ ਹੋਇਆ ਹੈ ਕਿ ਜਾਂ ਕਿਸੇ ਨੇ ਕਰਾਇਆ। ਤੁਸੀਂ ਉਹਨਾਂ ਤੋਂ ਪੁੱਛ ਲਿਓ, ਆਪੇ ਹੀ ਦੱਸ ਦੇਣਗੇ।